मेरा ਜਿਹੜਾ ਲਾਸਟ ਚੌਥੇ ਮਹੀਨੇ ਦਾ ਇੰਗੇਜਮੈਂਟ ਸੀਗਾ ਉਹ ਸੀਗਾ 13 ਅਕਤੂਬਰ ਤੱਕ ਤਾਂ ਇਹਨਾਂ ਨੇ ਸਤੰਬਰ 30 ਨੂੰ ਹੀ ਸਾਨੂੰ ਫਾਰਿਗ ਕਰ ਦਿੱਤਾ ਤੇ 5 ਤਰੀਕ ਨੂੰ ਐਨਐਚ ਦੇ ਥਰੂ ਇੱਕ ਲੈਟਰ ਜਾਰੀ ਕਰ ਦਿੱਤਾ ਕਿ ਕਰੋਨਾ ਯੋਧਿਆਂ ਦੀ ਸਾਰੀ ਸੇਵਾਵਾਂ ਖਤਮ ਕਰ ਦਿੱਤੀ ਗਈ। फिर सर असी विरोध किया कि इस चीज़ का सानू कोई नोटिस नहीं आया, कोई सानू दस्या नहीं गया हैगा ते असी इस चीज़ का विरोध किया ते साडी किसी ने भी सार नहीं ली हैगी। जो भर्ती होंदी है उहदे विच कोई शर्तां रखियां जांदियां, तुहानू पक्के कीता जाऊगा कि नहीं कीता जाऊगा, कोई शर्तां सन? सानू आश्वासन दिता जा रहा सी जे तुसी भी मिशन फतेह दे विच हासिल करदे हो तां शायद तुहानू अगे तुहानू जॉब तुहाडी कंटिन्यू रखी जाऊगी। नहीं उत्त जो DC साहब जिहड़े जिला वाइज सन उन्होंने कहा सी कि करोना जिन्ना चਿਰ ਚੱਲੂਗਾ ਉਹਨਾਂ ਚਿਰ ਰੱਖੇ ਜਾਣਗੇ ਤੇ आरजी ਹੋਣਗੇ। ਇਹਦੇ ਵਿੱਚ ਪੱਕੇ ਕਰਨ ਦੀ ਕੋਈ ਵੀ ਕਿਤੇ ਵੀ ਸੁਵਿਧਾ ਨਹੀਂ ਸੀਗੀ। 19 ਤਰੀਕ ਨੂੰ ਜੋ ਤੁਸੀਂ ਇਕੱਠੇ ਹੁੰਦੇ ਹੋ ਤਾਂ ਕੀ ਨਿਕਲਦਾ, ਕੀ ਹੈ ਸਿੱਟਾ, ਕੀ ਨਿਕਲਦਾ? ਬਲਵੀਰ ਸਿੰਘ ਸਿੱਧੂ ਮਿਲੇ ਸੀਗੇ ਬਟ ਉਹਨਾਂ ਨੇ ਬਿਲਕੁਲ ਹੀ ਨਕਾਰਤਾ ਕਿ ਤੁਸੀਂ ਵਲੰਟੀਅਰ ਸੀਗੇ, ਤੁਹਾਨੂੰ ਪੈਸੇ ਦਿੱਤੇ ਆ, ਤੁਸੀਂ ਕੰਮ ਕੀਤਾ, ਤੁਹਾਨੂੰ ਅਸੀਂ ਕੁਝ ਨਹੀਂ ਕਰਦੇ। ਅਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ ਖੱਪਿਆਂ ਵਾਲੀ। ਅੱਜ ਅਸੀਂ ਗੱਲਬਾਤ ਕਰਾਂਗੇ ਕਰੋਨਾ ਵਾਇਰਸ ਬਾਰੇ। ਕਰੋਨਾ ਵਾਇਰਸ 2019 ਦੇ ਵਿੱਚ ਚੀਨ ਦੇ ਵਿੱਚੋਂ ਸ਼ੁਰੂ ਹੁੰਦਾ, ਜਿਸ ਦਾ ਨਾਂ ਕੋਵਿਡ-19 ਇਸੇ ਕਰਕੇ ਹੀ ਰੱਖਿਆ ਗਿਆ ਸੀਗਾ। ਉਸ ਤੋਂ ਬਾਅਦ 22 ਮਾਰਚ ਨੂੰ ਭਾਰਤ ਦੇ ਵਿੱਚ ਇਹ ਜਿਹੜਾ ਫੈਲ ਜਾਂਦਾ, ਜਿਸ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜਾ ਭਾਰਤ ਬੰਦ ਕਰ ਦਿੱਤਾ ਜਾਂਦਾ। ਇਸੇ ਤਰ੍ਹਾਂ ਪੰਜਾਬ ਵੀ ਬੰਦ ਕਰ ਦਿੱਤਾ ਜਾਂਦਾ। ਇਸ ਬੰਦ ਨੂੰ ਲੈ ਕੇ 28 ਤਰੀਕ ਨੂੰ ਬਾਅਦ ਦੇ ਵਿੱਚ ਅਖਬਾਰ 'ਚ ਖਬਰ ਆਉਂਦੀ ਹੈ ਕਿ ਕਰੋਨਾ ਯੋਧਿਆਂ ਦੀ ਲੋੜ ਹੈ, ਜਿਹੜੇ ਕਿ ਕਰੋਨਾ ਵਾਇਰਸ ਦੇ ਵਿੱਚ ਕਰੋਨਾ ਪੋਜ਼ਿਟਿਵ ਪੇਸ਼ੈਂਟਾਂ ਨੂੰ ਸਾਂਭਣ ਲਈ ਜਿਹੜੇ ਸੈਂਟਰ ਬਣਾਏ ਗਏ ਸੀ ਉਹਨਾਂ ਦੇ ਵਿੱਚ ਸਟਾਫ ਭਰਤੀ ਕੀਤਾ ਜਾਵੇਗਾ। ਸਟਾਫ ਭਰਤੀ ਕਰਨ ਦੇ ਲਈ ਜਿਹੜੀਆਂ ਭਰਤੀਆਂ ਕੱਢੀਆਂ ਜਾਂਦੀਆਂ ਨੇ ਉਸ ਦੇ ਵਿੱਚ ਜਿਹੜੇ ਕਰੋਨਾ ਲਈ ਭਰਤੀ ਕੀਤੇ ਗਏ ਸਨ ਉਹਨਾਂ ਨੇ ਡਿਊਟੀ ਵੀ ਕੀਤੀ। ਉਸ ਤੋਂ ਬਾਅਦ ਉਹਨਾਂ ਨੂੰ ਕੱਢ ਦਿੱਤਾ ਜਾਂਦਾ। ਉਹਨਾਂ ਦੇ ਵਿੱਚ ਕਾਫੀ ਰੋਸ ਆ। ਪਹਿਲਾਂ 19 ਸਤੰਬਰ ਨੂੰ ਉਹਨਾਂ ਨੇ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ। ਫਿਰ 2 ਨਵੰਬਰ ਨੂੰ ਪਟਿਆਲਾ ਪੰਜਾਬ ਪੱਧਰ ਦੇ ਜਿਹੜੀ ਮੀਟਿੰਗ ਹੋਈ ਸੀ ਤੇ ਰੋਸ ਪ੍ਰਦਰਸ਼ਨ ਕੀਤਾ ਸੀਗਾ। ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੇ ਬਾਹਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ। ਸਾਡੇ ਨਾਲ ਰਾਜਵਿੰਦਰ ਸਿੰਘ ਮੌਜੂਦ ਨੇ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਬਣੇ ਨੇ। ਕੋਵਿਡ-19 ਦੇ ਜਿਹੜੇ ਸਟਾਫ ਸਨ ਜਿਹੜੇ ਉਹ ਕੱਢ ਦਿੱਤੇ ਗਏ, ਉਹਨਾਂ ਦੇ ਰਾਜਵਿੰਦਰ ਪੰਜਾਬ ਪ੍ਰਧਾਨ ਨੇ। ਰਾਜਵਿੰਦਰ ਜੀ, ਸਭ ਤੋਂ ਪਹਿਲਾਂ ਅਕਾਲ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਰਾਜਵਿੰਦਰ ਜੀ, ਕਦੋਂ ਭਰਤੀ ਹੋਈ ਸੀ ਤੁਹਾਡੀ ਜਿਹੜੀ ਭਰਤੀ ਹੁੰਦੀ ਹੈ? 28 ਤਰੀਕ ਨੂੰ ਪੇਪਰ ਦੇ ਵਿੱਚ ਐਡ ਆਉਂਦੀ ਹੈ ਜੀ, ਕਰੋਨਾ ਯੋਧਿਆਂ ਦੀ ਜ਼ਰੂਰਤ ਹੈ। ਉਹ ਅਸੀਂ ਆਨਲਾਈਨ NH ਦੇ ਅੰਡਰ ਭਰੇ ਸੀ, ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਭਰੀ ਸੀਗੀ ਤੇ ਉਸ ਤੋਂ ਬਾਅਦ 1 ਮਹੀਨੇ ਦੇ ਪ੍ਰੋਸੀਜਰ ਸਰਕਾਰ ਆਪਣਾ ਪ੍ਰੋਸੀਜਰ ਕਲੀਅਰ ਕਰਦੀ ਹੈ। ਫਿਰ ਸਾਨੂੰ ਸਿਵਲ ਸਰਜਨ ਦੇ ਆਫਿਸ ਥਰੂ ਕਾਲ ਆਉਂਦੀ ਹੈ ਕਿ ਤੁਹਾਡੀ ਜੁਆਇਨਿੰਗ ਹੈ, ਤੁਹਾਡਾ ਮੈਡੀਕਲ ਹੋਣਾ ਹੈ, ਤੁਹਾਡੀ ਡਾਕੂਮੈਂਟਰੀ ਹੋਣੀ ਆ ਤੇ ਤੁਹਾਨੂੰ ਡਿਊਟੀ ਜੁਆਇਨ ਕਰਾਉਣਾ ਹੈ। ਜਦੋਂ ਭਰਤੀ ਨਿਕਲਦੀ ਹੈ ਅਖਬਾਰ ਦੇ ਵਿੱਚ ਨਿਕਲਦੀ ਤੇ ਕਿੰਦੇ ਵੱਲੋਂ ਰੱਖੀ ਜਾਂਦੀ ਹੈ? ਪੰਜਾਬ ਸਰਕਾਰ ਵੱਲੋਂ ਕਿ ਜ਼ਿਲ੍ਹਾ ਪੱਧਰ ਦੇ ਕੋਈ ਰੱਖੇ ਜਾਂਦੇ? ਇਹ ਨੈਸ਼ਨਲ ਹੈਲਥ ਵੱਲੋਂ ਪੰਜਾਬ ਸਰਕਾਰ ਦੇ ਥਰੂ ਰੱਖੀ ਜਾਂਦੀ ਹੈ। ਉਹਦੇ ਵਿੱਚ ਕੀ ਕੀ ਉਹਨਾਂ ਨੇ ਡਿਮਾਂਡ ਰੱਖੀ ਸੀ ਵੀ ਕਿਹੜੀਆਂ ਸੁਵਿਧਾ ਚਾਹੀਦੀਆਂ? ਉਹਦੇ 'ਚ ਉਹਨਾਂ ਨੇ ਨਰਸਿੰਗ ਸਟਾਫ, ਲੈਬ ਟੈਕਨੀਸ਼ੀਅਨ, ਫਾਰਮਾਸਿਸਟ ਤੇ ਵਾਰਡ ਬॉय ਤੇ ਡਾਕਟਰਸ, ਓਕੇ, ਇਹਨਾਂ ਸਾਰਿਆਂ ਦੀ ਭਰਤੀ ਰੱਖੀ ਸੀਗੀ ਤੇ ਪੈਰਾਮੈਡੀਕਲ ਸਟਾਫ ਦੀ ਪ੍ਰੈਫਰੈਂਸ ਤੇ ਸੀਗਾ, ਜਿਸ ਦੇ ਵਿੱਚ ਸਾਰੇ ਡਿਪਲੋਮਾ ਹੋਲਡਰ ਤੇ ਸਾਰੇ ਐਕਸਪੀਰੀਅੰਸ ਬੰਦੇ ਰੱਖੇ ਜਾਣਗੇ। ਮੈਟ ਦੇ ਆਧਾਰ ਤੇ ਲਿਸਟਾਂ ਚੁਣੀਆਂ ਜਾਂਦੀਆਂ? ਸਰ ਇਹ ਸਰਕਾਰ ਦੇ ਉਹਦੇ 'ਚ ਮੈਰਿਟ ਦੇ ਆਧਾਰ ਤੇ ਕੀਤੀ ਹੈ ਜੀ। ਤੁਹਾਡੀ ਵੀ ਸਿਲੈਕਸ਼ਨ ਹੁੰਦੀ ਹੈ? ਜਿਹੜੀ ਇਹ ਸਿਲੈਕਸ਼ਨ ਹੁੰਦੀ ਹੈ ਫਿਰ ਕਿੰਨੀ ਤਰੀਕ ਨੂੰ ਜੌਬ ਤੇ ਆ ਜਾਂਦੇ ਹੋ ਤੁਸੀਂ? ਸਰ ਮੈਂ 21 ਜੂਨ ਨੂੰ ਮੇਰੀ ਜੁਆਇਨਿੰਗ ਹੁੰਦੀ ਹੈ ਜੀ ਪਟਿਆਲੇ CC ਮੈਰੀਟੋਰੀਅਸ ਸਕੂਲ ਦੇ ਵਿੱਚ। ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਉਸੇ ਤਰੀਕ ਨੂੰ ਹੁੰਦੀ ਹੈ? ਕਈ ਜਗ੍ਹਾ ਤੇ ਪਹਿਲਾਂ ਹੋਈ ਸੀਗੀ, ਕਈ ਜਗ੍ਹਾ ਤੇ 16 ਤਰੀਕ ਨੂੰ ਹੋਈ ਸੀਗੀ। ਹਰ ਇੱਕ ਅਲੱਗ-ਅਲੱਗ ਜ਼ਿਲ੍ਹੇ 'ਚ ਉਸੇ ਮਹੀਨੇ ਦੇ ਵਿੱਚ ਡੇਟ ਅੱਗੇ ਪਿੱਛੇ ਡੇਟ ਦੇ ਵਿੱਚ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਡਿਊਟੀ ਸਹੀ ਤਰੀਕੇ ਨਾਲ ਚੱਲਦੀ ਰਹੀ? ਡਿਊਟੀ ਬਿਲਕੁਲ ਸਹੀ ਤਰੀਕੇ ਨਾਲ ਚੱਲਦੀ ਰਹੀ। ਸਾਡੀ CC ਮੈਰੀਟੋਰੀਅਸ ਸਕੂਲ ਦੇ ਵਿੱਚ ਡਿਊਟੀ ਸੀਗੀ। ਸਾਡਾ 6 ਘੰਟੇ ਦੀ ਡਿਊਟੀ ਹੁੰਦੀ ਸੀ। ਅਸੀਂ ਪ੍ਰੋਪਰ ਸਾਡਾ ਰੋਸਟਰ ਬਣਦਾ ਸੀ। ਉੱਥੇ ਜਿਹੜੇ ਤੁਸੀਂ ਗੱਲ ਕੀਤੀ ਹੈ ਸਕੂਲ ਦੇ ਵਿੱਚ ਸੈਂਟਰ ਬਣਾਇਆ ਗਿਆ ਸੀਗਾ? ਸਕੂਲ ਦੇ ਵਿੱਚ ਸੈਂਟਰ ਬਣਾਇਆ ਗਿਆ ਸੀ। ਕਿੰਨੇ ਪੇਸ਼ੈਂਟ ਹੁੰਦੇ ਸੀ ਉੱਥੇ? ਜਿਹੜੀ ਸਾਡੀ ਬੈੱਡ ਦੀ ਕੰਜੰਪਸ਼ਨ ਸੀਗੀ ਉਹ 350 ਦੇ ਕਰੀਬ ਸੀਗੀ। ਸਾਡੇ ਕੋਲੇ 250 ਦੇ ਕਰੀਬ ਪੇਸ਼ੈਂਟ ਜਿਹੜਾ ਕਰੀਬ ਰਹਿੰਦਾ ਸੀ, ਤਕਰੀਬਨ ਰਹਿੰਦਾ ਸੀਗਾ। ਅੱਛਾ, ਜਦੋਂ 250 ਪੇਸ਼ੈਂਟ ਰਹਿੰਦਾ ਹੁਣ ਦੇਖਭਾਲ ਜਿਹੜੇ ਨਾਲ ਸਰਕਾਰੀ ਜਿਹੜੇ ਪਹਿਲਾਂ ਭਰਤੀ ਹੋਏ ਸੀ ਉਹ ਵੀ ਸਨ ਕਿ ਤੁਹਾਨੂੰ ਸਾਰਿਆਂ ਨੂੰ ਰੱਖਿਆ ਗਿਆ ਨਵਿਆਂ ਨੂੰ? ਸਰ ਸਾਰੇ ਨਵੇਂ ਸੀਗੇ। ਸਰਕਾਰੀ ਜਿਹੜੇ ਸੀਨੀਅਰ ਕੰਸਲਟੈਂਟ ਸੀਗੇ ਉਹ ਸਾਡੇ ਨਾਲ ਹੁੰਦੇ ਸੀਗੇ ਬਟ ਫੋਨ ਤੇ ਕੰਟੈਕਟ 'ਚ ਹੁੰਦੇ ਸੀਗੇ। ਜਿਹੜੇ ਨਵੇਂ ਕਰੋਨਾ ਯੋਧੇ ਨਵੇਂ ਰੱਖੇ ਸੀਗੇ ਡਾਕਟਰਸ, ਉਹੀ ਤੇ ਸਟਾਫ ਹੀ ਸਿਰਫ ਪੇਸ਼ੈਂਟ ਨੂੰ ਟ੍ਰੀਟ ਕਰਦਾ ਸੀਗਾ। ਇਹ ਕਿੰਨਾ ਚਿਰ ਪ੍ਰੋਸੈਸ ਚੱਲਦਾ ਰਿਹਾ ਡਿਊਟੀ ਦਾ?
ਇਹ ਸਰ ਅਸੀਂ ਪਟਿਆਲੇ 4 ਮਹੀਨੇ ਚੱਲਦਾ ਰਿਹਾ ਜੀ। ਉਸ ਤੋਂ ਬਾਅਦ ਕਹਿੰਦੇ ਯਕਦਮ ਕੱਢ ਦਿੱਤਾ ਤੁਹਾਨੂੰ? ਸਰ ਮੇਰਾ ਜਿਹੜਾ ਲਾਸਟ ਚੌਥੇ ਮਹੀਨੇ ਦਾ ਇੰਗੇਜਮੈਂਟ ਸੀਗਾ ਉਹ ਸੀਗਾ 13 ਅਕਤੂਬਰ ਤੱਕ। ਤਾਂ ਇਹਨਾਂ ਨੇ ਸਤੰਬਰ 30 ਨੂੰ ਹੀ ਸਾਨੂੰ ਫਾਰਿਗ ਕਰ ਦਿੱਤਾ ਤੇ 5 ਤਰੀਕ ਨੂੰ ਐਨਐਚ ਦੇ ਥਰੂ ਇੱਕ ਲੈਟਰ ਜਾਰੀ ਕਰ ਦਿੱਤਾ ਕਿ ਕਰੋਨਾ ਯੋਧਿਆਂ ਦੀ ਸਾਰੀ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ। ਇਹ ਰਾਤੋਂ ਰਾਤ ਹੀ ਕਹਿੰਦੇ ਕਿ ਫਰਮਾਨ ਜਾਰੀ ਹੁੰਦਾ? ਇਹ ਰਾਤੋਂ ਰਾਤ ਹੀ ਫਰਮਾਨ ਜਾਰੀ ਹੋਇਆ ਜੀ। ਫਿਰ ਕੀ ਹੁੰਦਾ, ਕੀ ਬੀਤਦੀ ਆ? ਫਿਰ ਸਰ ਅਸੀਂ ਵਿਰੋਧ ਕੀਤਾ ਕਿ ਇਸ ਚੀਜ਼ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ, ਕੋਈ ਸਾਨੂੰ ਦੱਸਿਆ ਨਹੀਂ ਗਿਆ ਹੈਗਾ ਤੇ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਤੇ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ ਹੈਗੀ। ਫਿਰ ਸਾਨੂੰ ਪ੍ਰੋਟੈਸਟ ਕਰਨ ਦੀ ਉਹ ਹੋਈ। ਅਸੀਂ ਪਹਿਲਾਂ ਜਿਹੜਾ ਧਰਨਾ ਲਾਇਆ ਸੀਗਾ ਮੋਤੀ ਮਹਿਲ ਘੇਰਨ ਲਈ, ਉਹ ਅਸੀਂ 19 ਤਰੀਕ ਨੂੰ ਲਾਇਆ ਸੀਗਾ। ਫਿਰ ਅਸੀਂ ਪੰਜਾਬ ਪੱਧਰ ਤੇ 2 ਤਰੀਕ ਨੂੰ ਮੋਤੀ ਮਹਿਲ ਘੇਰਿਆ ਤੇ ਉੱਥੇ ਸਾਨੂੰ ਪੈਨਲ ਮੀਟਿੰਗ ਮਿਲੀ ਬਲਵੀਰ ਸਿੱਧੂ ਜੀ ਦੀ। ਇਹ ਜਦੋਂ ਭਰਤੀ ਹੁੰਦੀ ਹੈ ਉਹਦੇ ਵਿੱਚ ਕੋਈ ਸ਼ਰਤਾਂ ਰੱਖੀਆਂ ਜਾਂਦੀਆਂ, ਤੁਹਾਨੂੰ ਪੱਕੇ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ, ਕੋਈ ਸ਼ਰਤਾਂ ਸਨ? ਨਹੀਂ ਸਰ, ਐਵੇਂ ਦੀ ਕੋਈ ਸ਼ਰਤ ਨਹੀਂ ਸੀਗੀ। ਉਹਨਾਂ ਨੇ ਟੈਂਪਰੇਰੀ ਤੌਰ ਤੇ ਕਰੋਨਾ ਵਲੰਟੀਅਰ ਨਾਲੇ ਕਹਿੰਦੇ ਸੀ ਨਾ ਵੀ ਇਹ ਟੈਂਪਰੇਰੀ ਤੌਰ ਤੇ ਰੱਖੇ ਜਾਣਗੇ, ਇਹਦੇ ਵਿੱਚ ਕੋਈ ਪੱਕੇ ਕਰਨ ਦੀ ਕੋਈ ਗੱਲ ਨਹੀਂ ਆਵੇਗੀ? ਨਹੀਂ ਸਰ, ਪੱਕੇ ਕਰਨ ਦੀ ਇਹਨਾਂ ਨੇ ਫਿਲਹਾਲ ਗੱਲ ਨਹੀਂ ਸੀ ਕੀਤੀ, ਪਰ ਸਾਨੂੰ ਜਿਹੜੇ ਔਨ ਡਿਊਟੀ ਨੋਡਲ ਅਫਸਰ ਤੇ ਜਿਹੜੇ ਸਾਡੇ ਸੀਨੀਅਰ ਕੰਸਲਟੈਂਟ ਸਾਡੇ ਜਿਨ੍ਹਾਂ ਦੇ ਥਰੂ ਅਸੀਂ ਡੀਲ ਕੀਤੇ ਜਾ ਰਹੇ ਸੀਗੇ, ਸਿਵਲ ਸਰਜਨ ਦੇ ਥਰੂ ਵੀ ਸਾਨੂੰ ਆਸ਼ਵਾਸਨ ਦਿੱਤਾ ਜਾ ਰਿਹਾ ਸੀ ਜੇ ਤੁਸੀਂ ਵੀ ਮਿਸ਼ਨ ਫਤਿਹ ਦੇ ਵਿੱਚ ਹਾਸਿਲ ਕਰਦੇ ਹੋ ਤਾਂ ਸ਼ਾਇਦ ਤੁਹਾਨੂੰ ਅੱਗੇ ਤੁਹਾਨੂੰ ਜੌਬ ਤੁਹਾਡੀ ਕੰਟੀਨਿਊ ਰੱਖੀ ਜਾਊਗੀ। ਬਟ ਨਾਲੇ ਉਹਦੇ ਵਿੱਚ ਕਹਿੰਦੇ ਪੱਕੇ ਆਰਜੀ ਤੌਰ ਤੇ ਰੱਖੇ ਜਾਣਗੇ, ਜਿੰਨਾ ਚਿਰ ਕਰੋਨਾ ਚੱਲਦਾ ਉਹਨਾਂ ਚਿਰ ਰੱਖੇ ਜਾਣਗੇ, ਪਰ ਆਰਜੀ ਹੋਣਗੇ ਸਰ। ਉਹੀ ਹੈ ਜੀ, ਉਹਨਾਂ ਨੇ ਪਹਿਲਾਂ ਸਾਨੂੰ ਇਹੀ ਆਸ਼ਵਾਸਨ ਦਿੱਤਾ ਸੀਗਾ ਕਿ ਆਰਜੀ ਤੌਰ ਤੇ ਰੱਖੇ ਜਾਣਗੇ, ਪਰ ਇਹਨਾਂ ਨੇ ਸਡਨਲੀ ਇੱਕੋ ਦਮ ਹੀ 30 ਸਤੰਬਰ ਨੂੰ ਸਾਨੂੰ ਫਾਰਿਗ ਕਰ ਦਿੱਤਾ। ਉਸ ਤੋਂ ਬਾਅਦ 5 ਤਰੀਕ ਨੂੰ ਨੋਟਿਸ ਜਾਰੀ ਕਰ ਦਿੱਤਾ, ਸਾਰੇ ਕਰੋਨਾ ਸੈਂਟਰ ਬੰਦ ਕਰ ਦਿੱਤੇ। ਨਹੀਂ, ਜਦੋਂ 30 ਤਰੀਕ ਦੀ ਤੁਸੀਂ ਗੱਲ ਕਰਦੇ ਹੋ ਕਿ 30 ਸਤੰਬਰ ਨੂੰ ਬੰਦ ਕਰ ਦਿੱਤਾ ਗਿਆ, ਉਹ ਤੋਂ ਕੀ ਹੁੰਦਾ ਹੈ? ਉਹ ਤੋਂ ਪੇਸ਼ੈਂਟ ਘਟ ਗਏ ਸਨ ਜਾਂ ਕੀ ਹੋਇਆ? ਉਦੋਂ ਪੇਸ਼ੈਂਟ ਸੈਂਟਰ ਦੇ ਵਿੱਚ ਘਟ ਗਏ ਸੀਗੇ। ਕੋਵਿਡ ਸੈਂਟਰ ਦੇ 50 ਦੀ ਰੇਸ਼ੋ ਸੀ, 50 ਤੋਂ ਤੁਹਾਡੇ ਸੈਂਟਰ ਦੀ ਗੱਲ ਕਰੀਏ ਤੇ 50 ਦੇ ਕਰੀਬ 50-70 ਉਸ ਟਾਈਮ ਵੀ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ 10 ਦਿਨ ਹੋਰ ਅੱਗੇ ਰੱਖਿਆ ਗਿਆ ਸੈਂਟਰ ਦੇ ਥਰੂ। ਕਈ ਸਾਡੇ ਸਟਾਫ ਅੱਧਿਆਂ ਨੂੰ ਰੱਖਿਆ ਗਿਆ 10 ਦਿਨ ਉਹਦੀ ਸੈਂਟਰ ਦੀ ਕਲੋਜ਼ਿੰਗ ਵਾਸਤੇ, ਫਿਰ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ। ਇਹ ਪੂਰੇ ਪੰਜਾਬ 'ਚ ਹੀ ਇਦਾਂ ਹੁੰਦਾ ਕਿ ਪਟਿਆਲੇ 'ਚ ਇਦਾਂ ਹੁੰਦਾ? ਪੰਜਾਬ 'ਚ ਹੀ ਇਦਾਂ ਹੋਇਆ ਜੀ। ਫਿਰ ਕੀ ਸਾਰੇ ਮਿਲ ਕੇ ਕੀ ਪਲਾਨ ਚੁਣਦੇ ਹੋ? ਫਿਰ ਅਸੀਂ ਵਿਰੋਧ ਕੀਤਾ ਜੀ, ਪ੍ਰੋਟੈਸਟ ਕਰਨ ਦੀ। ਅਸੀਂ ਸਰਕਾਰ ਤੱਕ ਆਪਣੀ ਗੱਲ ਕਰਨ ਦੀ ਕੀਤੀ। ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਮਿਲੇ, ਡੀਸੀ ਸਾਹਿਬ ਨੇ ਵੀ ਸਾਨੂੰ ਕੋਈ ਉਹ ਨਹੀਂ ਕੀਤਾ ਹੈਗਾ, ਸਿਰਫ ਆਸ਼ਵਾਸਨ ਦਿੱਤਾ ਸੀਗਾ ਕਿ ਤੁਸੀਂ ਕੰਮ ਅੱਛਾ ਕੀਤਾ ਹੈ, ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ, ਪਰ ਸਾਨੂੰ ਨੌਕਰੀ ਦੀ ਜਿਹੜੀ ਕੰਟੀਨਿਊਸਲੀ ਸੀਗੀ ਜਦ ਤੱਕ ਕਰੋਨਾ ਚੱਲੇਗਾ ਉਦੋਂ ਤੱਕ ਰੱਖਾਂਗੇ, ਉਹਦੇ ਬਾਰੇ ਸਰ ਨੇ ਕੋਈ ਗੱਲ ਨਹੀਂ ਹੋਈ ਹੈਗੀ। ਨਹੀਂ, ਉੱਥੇ ਜਦੋਂ ਡੀਸੀ ਸਾਹਿਬ ਜਿਹੜੇ ਜ਼ਿਲ੍ਹਾ ਵਾਈਜ਼ ਸਨ ਉਹਨਾਂ ਨੇ ਕਿਹਾ ਸੀ ਕਿ ਕਰੋਨਾ ਜਿੰਨਾ ਚਿਰ ਚੱਲੂਗਾ ਉਹਨਾਂ ਚਿਰ ਰੱਖੇ ਜਾਣਗੇ ਤੇ ਆਰਜੀ ਹੋਣਗੇ, ਇਹਦੇ ਵਿੱਚ ਪੱਕੇ ਕਰਨ ਦੀ ਕੋਈ ਵੀ ਕਿਤੇ ਵੀ ਸੁਵਿਧਾ ਨਹੀਂ ਸੀਗੀ, ਤੇ ਫਿਰ ਕਿਸ ਸਰ ਇਹਨਾਂ ਨੇ ਆਰਜੀ ਵੀ ਨਹੀਂ ਰੱਖੇ ਹੈਗੇ। 3 ਮਹੀਨੇ ਰੱਖ ਕੇ ਉਸ ਤੋਂ ਬਾਅਦ ਆਰਜੀ ਵੀ ਨਹੀਂ ਕੰਟੀਨਿਊ ਕੀਤੀ, ਜਦ ਕਿ ਹਾਲੇ ਵੀ ਕਰੋਨਾ ਚੱਲ ਰਿਹਾ। ਹੁਣ ਜਿਵੇਂ ਕੈਪਟਨ ਸਾਹਿਬ ਨੇ ਆਪਣੇ ਦੱਸਿਆ ਕਿ ਦੂਸਰੀ ਲਹਿਰ ਸ਼ੁਰੂ ਹੋ ਰਹੀ ਹੈ, ਉਹਦੇ ਆਧਾਰ ਤੇ ਹਾਲੇ ਵੀ ਸਾਡੀ ਸੇਵਾਵਾਂ ਕੰਟੀਨਿਊ ਹੋਣੀਆਂ ਚਾਹੀਦੀਆਂ ਸੀਗੀਆਂ। ਨਹੀਂ, ਜਦੋਂ ਤੁਹਾਨੂੰ ਕੱਢਿਆ ਗਿਆ ਤੁਸੀਂ ਪਹਿਲਾਂ ਕਿਤੇ ਜੌਬ ਕਰਦੇ ਸੀ? ਇਸ ਜੌਬ ਤੇ ਲੱਗਣ ਤੋਂ? ਹਾਂਜੀ, ਮੈਂ ਪਟਿਆਲੇ ਨਿਊਰੋ ਸਰਜਨ ਦਾ ਅਸਿਸਟੈਂਟ। ਕਰੀਬ ਇਸੇ ਤਰ੍ਹਾਂ ਸਾਰੇ ਹੀ ਕਰਦੇ ਹੋਣਗੇ? ਸਾਰੇ ਹੀ ਕਰਦੇ ਸੀ। ਉਹ ਜੌਬ ਖੁੱਸ ਗਈ ਕਿ ਦੁਬਾਰਾ ਮਿਲੀ? ਨਹੀਂ ਸਰ, ਉਹ ਤਾਂ ਬਿਲਕੁਲ ਹੀ ਉਹਨਾਂ ਨੇ ਸਾਨੂੰ ਜਵਾਬ ਹੀ ਦਿੱਤਾ, ਕਿਉਂਕਿ ਅਸੀਂ ਕੋਵਿਡ ਦੇ ਵਿੱਚ ਕੰਮ ਕੀਤਾ ਸੀਗਾ। ਈਵਨ ਕਿ ਅਸੀਂ ਘਰੇ ਵੀ ਨਹੀਂ ਸੀ ਜਾਂਦੇ, ਸਾਡੇ ਫਰੈਂਡ ਸਰਕਲ, ਸਾਡੇ ਆਂਢ ਗੁਆਂਢ ਉਹ ਵੀ ਸਾਡੇ ਤੋਂ ਕਤਰਾਉਂਦੇ ਸੀਗੇ ਕਿ ਇਹ ਕੋਵਿਡ ਦੇ ਵਿੱਚ ਡਿਊਟੀ ਕਰਦਾ ਹੈ, ਡਿਊਟੀ ਸਟਾਫ ਦੇ ਵਿੱਚੋਂ ਆਉਂਦਾ ਹੈ। ਫਿਰ ਸਾਨੂੰ ਮਜਬੂਰਨ ਬਾਹਰ ਵੀ ਕਿਰਾਏ ਤੇ ਕਮਰੇ ਲੈ ਕੇ ਜਾਂ ਸਾਨੂੰ ਅਸੀਂ ਹੋਸਟਲ ਮਿਲ ਗਿਆ ਸੀਗਾ ਮੈਰੀਟੋਰੀਅਸ ਦਾ ਬॉयਜ਼ ਹੋਸਟਲ ਦੇ। ਹੋਰ ਕੀ ਪਰੇਸ਼ਾਨੀਆਂ ਆਉਂਦੀਆਂ ਸਨ? ਹੋਰ ਸਾਨੂੰ ਰਸਤੇ 'ਚ ਆਉਣ ਜਾਣ ਦੀ, ਲੋਕਡਾਊਨ ਸੀਗਾ, ਪੁਲਿਸ ਵਾਲੇ ਸਾਨੂੰ ਕਰਦੇ ਸੀਗੇ, ਪਰ ਅਸੀਂ ਫਿਰ ਵੀ ਦੱਸਦੇ ਸੀਗੇ ਆਪਣੇ ਨੋਡਲ ਅਫਸਰ ਨੂੰ, ਕਦੀ ਕਿਸੇ ਨੂੰ ਫੋਨ ਕਰਕੇ ਕਿ ਅਸੀਂ ਉੱਥੇ ਡਿਊਟੀ ਕਰਦੇ ਹਾਂ। ਇਹਨਾਂ ਚੀਜ਼ਾਂ ਦੀ ਪ੍ਰੋਬਲਮ ਆਉਂਦੀ ਸੀਗੀ। ਅਸੀਂ ਉੱਥੇ ਰਹਿੰਦੇ ਸੀਗੇ, ਗਰਮੀ ਦੇ ਵਿੱਚ ਅਸੀਂ ਕਿੱਟਾਂ ਪਾਣੀਆਂ 8-8 ਘੰਟੇ ਕਿੱਟਾਂ ਪਾ ਕੇ ਰੱਖਦੇ ਸੀਗੇ ਤੇ ਪੇਸ਼ੈਂਟ ਦੀ ਕੇਅਰ ਕਰਦੇ ਸੀ। ਅਸੀਂ ਪ੍ਰੋਪਰ ਪੇਸ਼ੈਂਟ ਦੇ ਨਾਲ ਰਹਿੰਦੇ ਸੀਗੇ, ਹਰ ਇੱਕ ਤਰ੍ਹਾਂ ਦੀ ਪੇਸ਼ੈਂਟ ਨੂੰ। ਜਿਹੜੀ ਤੁਸੀਂ ਕਿੱਟ ਪਾਉਣ ਦੀ ਗੱਲ ਕੀਤੀ, ਉਹ ਕਹਿੰਦੇ ਉਹਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦਾ ਆਉਂਦੀ ਹੈ। ਬਹੁਤ ਜ਼ਿਆਦਾ ਗਰਮੀ ਆਉਂਦੀ ਹੈ ਜੀ। ਮੇਰਾ ਘੱਟੋ ਘੱਟ 5-6 ਕਿਲੋ weight 4 ਮਹੀਨਿਆਂ ਦੇ ਵਿੱਚ ਘਟ ਗਿਆ ਸੀਗਾ ਜੀ। 5-6 ਕਿਲੋ weight ਘਟ ਜਾਂਦਾ। ਕਿੱਟਾਂ ਪਾ ਕੇ ਰੱਖਦੇ ਸੀ ਕਿ ਉਹ ਕਿੱਟਾਂ ਸਰਕਾਰ ਵੱਲੋਂ ਪ੍ਰੋਵਾਈਡ ਹੁੰਦੀਆਂ? ਉਹ ਸਰਕਾਰ ਵੱਲੋਂ ਪ੍ਰੋਵਾਈਡ ਹੁੰਦੀਆਂ ਸੀ। ਜਿੰਨੀਆਂ ਮਰਜ਼ੀ ਯੂਜ਼ ਕੀਤੀਆਂ ਜਾਂ ਇੱਕ? ਨਹੀਂ ਸਰ, ਇਹ ਇੱਕ ਡਿਊਟੀ ਦੇ ਵਿੱਚ 2 ਮਿਲਦੀਆਂ ਸੀਗੀਆਂ, ਜਿਵੇਂ ਮਾਰਨਿੰਗ 'ਚ 2 ਈਵਨਿੰਗ 'ਚ 2 ਸ਼ਾਮ ਨੂੰ। ਡਿਊਟੀ ਕਿੰਨੇ ਘੰਟੇ ਦੀ ਹੁੰਦੀ ਸੀ? ਡਿਊਟੀ ਸਾਡੀ 6 ਘੰਟੇ ਹੁੰਦੀ ਸੀਗੀ, 6 ਘੰਟੇ ਈਵਨਿੰਗ ਹੁੰਦੀ ਸੀ, ਨਾਈਟ ਪੂਰੀ 12 ਘੰਟੇ ਹੁੰਦੀ ਸੀ। ਨਾਈਟ ਇਸੇ ਤਰ੍ਹਾਂ ਸਾਰੇ ਸਟਾਫ ਜਿੰਨੇ ਵੀ ਇਸੇ ਤਰ੍ਹਾਂ ਸਾਰੇ ਸਟਾਫ ਦੀ ਹੁੰਦੀ ਸੀ। ਡਾਕਟਰ ਵੀ ਇਸੇ ਤਰ੍ਹਾਂ? ਡਾਕਟਰ ਵੀ ਇਸੇ ਤਰ੍ਹਾਂ। ਉਹ ਜਿਹੜੇ ਐਸਐਮਓ ਉੱਥੋਂ ਦੇ ਤੁਹਾਡੇ ਇੰਚਾਰਜ ਸੀ, ਉਹਨਾਂ ਕੀ ਭਰੋਸਾ ਦਵਾਇਆ ਸੀ ਤੁਹਾਨੂੰ? ਉਹਨਾਂ ਨੇ ਇਹੀ ਭਰੋਸਾ ਦਵਾਇਆ ਸੀਗਾ ਵੀ ਜਦੋਂ ਤੱਕ ਕਰੋਨਾ ਚੱਲ ਰਿਹਾ ਤੁਹਾਡੀ ਸੇਵਾਵਾਂ ਕੰਟੀਨਿਊ ਇਦਾਂ ਹੀ ਚੱਲਦੀਆਂ ਰਹਿਣਗੀਆਂ, ਤੁਸੀਂ ਕੰਮ ਵਧੀਆ ਕਰੋ
ਸਰਕਾਰ ਨੂੰ ਵੀ ਪਤਾ ਲੱਗੇ ਤਾਂ ਤੁਹਾਡੀ ਜਿਹੜੇ ਸੇਵਾਵਾਂ ਐਵੇਂ ਹੀ ਘੰਟੇ ਚੱਲਦੀਆਂ ਰਹਿਣਗੀਆਂ ਤੇ ਮਿਸ਼ਨ ਫਤਿਹ ਦੇ ਵਿੱਚ ਆਪਣਾ ਹਿੱਸਾ ਪਾਓ। ਜਿਹੜੇ ਪਹਿਲਾਂ NHM NH ਹੋਰ ਕਈ ਤਰ੍ਹਾਂ ਦੀਆਂ ਪੋਸਟਾਂ ਨਿਕਲਦੀਆਂ ਉਹ ਹੀ ਨਹੀਂ ਹਜੇ ਤੱਕ ਪੱਕੇ ਤੌਰ ਤੇ ਭਰਤੀ ਕੀਤੇ ਗਏ, ਤੇ ਤੁਹਾਨੂੰ ਕੀ ਉਮੀਦ ਕਰਦੇ ਹੋ ਤੁਸੀਂ? ਸਰ ਉਮੀਦ ਦੇਖੋ, ਅਸੀਂ ਜਿਸ ਟਾਈਮ ਤੁਸੀਂ ਦੇਖਿਆ ਹੋਊਗਾ ਕਿ ਲੋਕ ਆਪਣੇ ਘਰਦਿਆਂ ਦੀ ਬੋਡੀ ਤੱਕ ਨੂੰ ਹੱਥ ਨਹੀਂ ਸੀ ਲਾਉਂਦੇ ਤੇ ਉਹਨਾਂ ਤੋਂ ਕਤਰਾਉਂਦੇ ਸੀਗੇ। ਆਪਾਂ ਨੇ ਵੀਡੀਓ ਵੀ ਕਈ ਦੇਖੀਆਂ ਨੇ, ਆਈਆਂ ਸੀਗੀਆਂ ਕਿ ਪੇਸ਼ੈਂਟ ਨੂੰ ਕੋਈ ਬੋਡੀ ਟੱਚ ਨਹੀਂ ਸੀ ਕਰਦਾ ਹੈਗਾ। ਜਿਵੇਂ ਬਾਬਾ ਨਿਰਮਲ ਸਿੰਘ ਦੀ ਬੋਡੀ ਵਾਸਤੇ ਉਹਨਾਂ ਨੇ ਸ਼ਮਸ਼ਾਨ ਘਾਟ ਵੀ ਨਹੀਂ ਜਾਣ ਦਿੱਤਾ ਹੈਗਾ, ਉਹਦੇ ਲਈ ਉਹਨਾਂ ਨੇ ਸੈਪਰੇਟ ਇੱਕ ਜਗ੍ਹਾ ਦਿੱਤੀ। ਤਾਂ ਉੱਥੇ ਅਸੀਂ ਕਰੋਨਾ ਯੋਧੇ ਖੜੇ ਆਏ ਆ, ਅਸੀਂ ਉਹਨਾਂ ਦੇ ਨਾਲ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ। ਅਸੀਂ ਉੱਥੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਸਾਡੇ ਵੀ ਬੱਚੇ ਨੇ, ਸਾਡੀ ਵੀ ਫੈਮਿਲੀ ਆ, ਸਾਨੂੰ ਆਪਣੀ ਜਾਨ ਦਾ, ਅਸੀਂ ਇੱਕ ਜਾਨ ਤੇ ਖੇਡ ਕੇ ਅਸੀਂ ਸਰਕਾਰ ਦਾ ਸਾਥ ਦਿੱਤਾ। ਪਰ ਅੱਜ ਸਰਕਾਰ ਨੇ ਉਸ ਦਾ ਮੁੱਲ ਕੀ ਪਾਇਆ ਕਿ ਸਾਨੂੰ ਰੋਡਾਂ ਦੇ ਉਤਰਨ ਨੂੰ ਮਜਬੂਰ ਕਰ ਦਿੱਤਾ, ਸਾਨੂੰ ਧਰਨੇ ਲਾਉਣ ਲਈ ਮਜਬੂਰ ਕਰ ਦਿੱਤਾ। ਮੈਡੀਕਲ ਸਟਾਫ ਰੋਡਾਂ ਤੇ ਆ ਗਿਆ। ਅੱਜ ਜਦੋਂ ਤੁਸੀਂ ਉੱਥੇ ਡਿਊਟੀ ਕਰਦੇ, ਤੁਸੀਂ ਬੱਚਿਆਂ ਦੀ ਗੱਲ ਕੀਤੀ, ਫਿਰ ਘਰੇ ਜਾਂਦੇ ਸੀ ਤੁਸੀਂ ਉਦੋਂ? ਸਰ ਸਟਾਰਟਿੰਗ 'ਚ ਜਾਂਦੇ ਸੀਗੇ, ਉਸ ਤੋਂ ਬਾਅਦ ਜਦੋਂ ਸਾਨੂੰ ਲੱਗਿਆ ਕਿ ਇਹ ਘਰੇ ਜਾਣਾ ਠੀਕ ਨਹੀਂ ਆ, ਫਿਰ ਅਸੀਂ ਹੋਸਟਲ ਨੋਡਲ ਅਫਸਰ ਨਾਲ ਗੱਲ ਕਰਕੇ ਫਿਰ ਸਾਨੂੰ ਹੋਸਟਲ ਪ੍ਰੋਵਾਈਡ ਕੀਤਾ ਸੀ। ਕੁੱਲ ਮਿਲਾ ਕੇ ਜਦੋਂ ਤੁਸੀਂ ਡਿਊਟੀ ਕਰਦੇ ਸੀ, ਪਰਿਵਾਰ ਸਾਰਾ ਰਿਸਕ 'ਚ? ਪਰਿਵਾਰ ਪੂਰਾ ਰਿਸਕ 'ਚ ਸੀ। ਘਰ ਦੇ ਕਹਿੰਦੇ ਨਹੀਂ ਸੀ ਵੀ ਇਹ ਕਿੱਧਰ ਮੁਸੀਬਤ ਸੇਲੀ? ਸਰ ਘਰ ਦੇ ਕਹਿੰਦੇ ਸੀ, ਯਾਰ ਦੋਸਤ ਕਹਿੰਦੇ ਸੀ, ਹੋਰ ਫਰੈਂਡ ਸਰਕਲ ਜਿਵੇਂ ਮੈਂ ਆਪਣੇ ਮੇਰੇ ਮੈਡੀਕਲੀ ਸਰਕਲ ਆ ਜਿਵੇਂ ਡਾਕਟਰਸ ਦਾ, ਉਹ ਵੀ ਸਾਰੇ ਕਹਿੰਦੇ ਸੀਗੇ ਕਿ ਤੁਸੀਂ ਐਵੇਂ ਕਿਉਂ ਕੀਤਾ। ਪਰ ਸਾਡੇ ਦਿਲ 'ਚ ਉਹ ਨਹੀਂ ਸੀ। ਸਾਡੇ ਦਿਲ 'ਚ ਇਹ ਸੀ ਕਿ ਅਸੀਂ ਮਿਸ਼ਨ ਫਤਿਹ, ਜੇ ਅਸੀਂ ਮੈਡੀਕਲ ਲਾਈਨ ਦੇ ਬੰਦੇ ਹੀ ਅਸੀਂ ਕੰਮ ਕਰ ਰਹੇ ਹਾਂ, ਜੇ ਅਸੀਂ ਹੀ ਅੱਗੇ ਆ ਕੇ ਪੰਜਾਬ ਨੂੰ ਬਿਮਾਰੀ ਤੋਂ ਬਚਾਉਣ ਲਈ ਨਹੀਂ ਅੱਗੇ ਆਵਾਂਗੇ ਤਾਂ ਫਿਰ ਹੋਰ ਕੌਣ ਆਏਗਾ। ਕਰੋਨਾ ਯੋਧਿਆਂ ਦਾ ਨਾਮ ਇਸੇ ਕਰਕੇ ਮਿਲਿਆ ਕਿ ਅਸੀਂ ਅੱਗੇ ਵੱਧ ਚੜ੍ਹ ਕੇ ਸਰਕਾਰ ਨਾਲ ਹਿੱਸਾ ਦਿੱਤਾ, ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹਾਂ। ਤਾਂ ਹੀ ਅੱਜ ਤੁਸੀਂ ਦੇਖ ਰਹੇ ਹੋ ਕਿ ਤਕਰੀਬਨ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕਰੋਨਾ ਬਿਲਕੁਲ ਹੀ ਨਾ ਸਮਝੀ ਦੇ ਤੌਰ ਤੇ ਆ, ਕਿਉਂਕਿ ਜਿੰਨੇ ਧਰਨੇ ਲੱਗ ਰਹੇ ਨੇ। ਜਿਹੜਾ ਕੁਝ ਇਦਾਂ ਹੋਇਆ ਪੰਜਾਬ ਦੇ ਵਿੱਚ ਹੀ ਹੋਇਆ ਕਿ ਹੋਰਨਾਂ ਸੂਬਿਆਂ ਦੇ ਵਿੱਚ ਵੀ ਕੱਢ ਦਿੱਤੇ ਗਏ ਨੇ, ਰੱਖੇ ਸੀ ਜਾਂ ਨਹੀਂ? ਨਹੀਂ ਸਰ, ਹੋਰਨਾਂ ਕਿਸੇ ਸੂਬੇ 'ਚ ਨਹੀਂ ਹੋਇਆ ਹੈਗਾ। ਦਿੱਲੀ ਦੇ ਵਿੱਚ ਹਾਲੇ ਵੀ ਸੇਵਾਵਾਂ ਚੱਲ ਰਹੀਆਂ ਨੇ, ਹਰਿਆਣੇ ਦੇ ਵਿੱਚ ਵੀ ਹਾਲੇ ਸੇਵਾਵਾਂ ਚੱਲ ਰਹੀਆਂ ਨੇ। ਮੇਰੇ ਕੋਲ ਇੱਕ ਨਿਊਜ਼ ਆਈ ਸੀ ਜਿਸ ਦੇ ਵਿੱਚ 21 ਜੁਲਾਈ 2021 ਜੁਲਾਈ ਦੇ ਵਿੱਚ ਵੈਕਸੀਨੇਸ਼ਨ ਦੀ ਆਈ ਸੀ 25 ਲੱਖ। ਉਹਦੇ ਲਈ ਵਲੰਟੀਅਰਸ ਨੂੰ ਹੀ ਤਿਆਰ ਕਰਨਾ ਹੈ ਕਿ ਜੁਲਾਈ ਤੱਕ ਵਲੰਟੀਅਰਸ ਨੂੰ ਹੀ ਤਿਆਰ ਕੀਤਾ ਜਾਵੇ ਅੱਗੇ ਵੈਕਸੀਨੇਸ਼ਨ ਯੂਜ਼ ਕਰਨ ਵਾਸਤੇ। ਨਹੀਂ, ਫਿਰ ਜਦੋਂ ਤੁਹਾਨੂੰ ਭਰਤੀ ਕੀਤਾ ਗਿਆ, ਜਿਹੜਾ ਪੱਕਾ ਤੌਰ ਤੇ ਜਿਹੜਾ ਪਹਿਲਾਂ ਸਟਾਫ ਸੀ, ਕਹਿੰਦੇ ਸਟਾਫ ਸਾਡੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ, ਫਿਰ ਉਹਨਾਂ ਨੂੰ ਉੱਥੇ ਡਿਊਟੀ ਤੇ ਕਿਉਂ ਨਹੀਂ ਲਿਆਂਦਾ? ਸਰ ਉਹ ਕੋਈ ਵੀ ਨਹੀਂ ਆਇਆ। ਗਵਰਨਮੈਂਟ ਜਿੰਨੇ ਵੀ ਸਰਕਾਰੀ ਉਹ ਸੀਗੇ, ਉਹ ਤਾਂ ਸਾਰੇ ਲੋਕਡਾਊਨ ਤੋਂ ਬਾਅਦ ਕੋਈ ਵੀ ਨਹੀਂ ਡਿਊਟੀ ਤੇ ਆਇਆ ਹੈਗਾ ਸਟਾਫ। ਜਿਹੜੇ ਪੱਕੇ ਸੀਗੇ ਉਹਨਾਂ ਨੇ ਤਾਂ ਬਿਲਕੁਲ ਹੀ ਸੇਵਾਵਾਂ, ਹੁਣ ਰਜਿੰਦਰਾ ਦੇ ਵਿੱਚ ਵੀ ਸਾਡੇ ਵਲੰਟੀਅਰ ਸੀਗੇ ਅੱਧੇ ਤੋਂ ਜ਼ਿਆਦਾ। ਬਾਹਰ ਜਿਹੜਾ ਸੈਂਟਰ ਸੀਗਾ ਉਹਦੇ 'ਚ ਵੀ ਸਾਡੇ ਹੀ ਵਲੰਟੀਅਰ ਸੀਗੇ। ਹੋਰਾਂ ਹਸਪੀਟਲਾਂ ਦੇ ਬਾਹਰਲੇ ਸ਼ਹਿਰਾਂ ਦੇ ਵਿੱਚ ਵੀ ਵਲੰਟੀਅਰ ਸੀ ਕੰਮ ਕਰ ਰਹੇ ਸੀਗੇ। ਤੇ ਤਨਖਾਹ ਕਿੰਨੀ ਕੁ ਮਿਲ ਜਾਂਦੀ ਸੀ ਫਿਰ? ਸਰ ਤਨਖਾਹ ਜਿਹੜੀ ਹੈ ਸਟਾਫ ਤੇ ਲੈਬ ਟੈਕਨੀਸ਼ੀਅਨ ਤੇ ਫਾਰਮਾ ਦੀ, ਇਹਨਾਂ ਦੀ 1000 ਰੁਪਏ ਪਰ ਡੇ ਸੀਗੀ ਤੇ ਵਾਰਡ ਬੋਏ ਦੀ 750 ਰੁਪਏ ਪਰ ਡੇ ਸੀ। ਉਹਦੇ ਨਾਲ ਤਾਂ ਚਲੋ ਠੀਕ ਹੈ, ਆਉਣਾ ਜਾਣਾ ਵੀ ਪੈਂਦਾ ਸੀ, ਤਨਖਾਹ ਤਾਂ ਠੀਕ ਸੀਗੀ। ਪਰ ਉਸ ਤੋਂ ਬਾਅਦ ਹੁਣ ਕੀ ਮੰਗ ਕੀ ਹੈ ਤੁਹਾਡੀ? ਸਾਡੀ ਤਾਂ ਮੰਗ ਇਹੀ ਹੈ ਕਿ ਜਿਵੇਂ ਹੁਣ ਲਹਿਰ ਦੂਸਰੀ ਵੀ ਆ ਰਹੀ ਆ, ਸਾਨੂੰ ਤਾਂ ਜਾਂ ਤਾਂ ਆਰਜੀ, ਜਿਵੇਂ ਪਹਿਲਾਂ ਤੁਸੀਂ ਦੱਸਿਆ ਕਿ ਸਰਕਾਰ ਨੇ ਕਿਹਾ ਸੀਗਾ ਵੀ ਆਰਜੀ ਤੌਰ ਤੇ ਤੁਹਾਡੀ ਕੰਟੀਨਿਊ ਚੱਲਦੀ ਰਹੇਗੀ। ਪਰ ਹੁਣ ਜਿਵੇਂ ਅਸੀਂ ਮੌਤ ਦੇ ਮੂੰਹ 'ਚ ਖੇਡਿਆ, ਇੱਕ ਕਰੋਨਾ ਯੋਧਿਆਂ ਦਾ ਨਾਮ ਦਿੱਤਾ ਹੈ ਸਾਨੂੰ, ਤਾਂ ਉਹਦੇ ਤੌਰ ਤੇ ਸਾਡਾ ਹੱਕ ਬਣਦਾ ਹੈ ਕਿ ਸਾਨੂੰ ਆਰਜੀ ਪੱਕੇ ਤੌਰ ਤੇ ਕੀਤਾ ਜਾਵੇ। ਜਦੋਂ ਮਨਪ੍ਰੀਤ ਸਿੰਘ ਬਾਦਲ ਦਾ ਬਿਆਨ ਆਉਂਦਾ, ਉਹ ਕਹਿੰਦੇ ਖਜ਼ਾਨਾ ਖਾਲੀ, ਫਿਰ ਤੁਹਾਨੂੰ ਤਨਖਾਹਾਂ ਕਿੱਥੋਂ ਮਿਲਣਗੀਆਂ? ਸਰ ਖਜ਼ਾਨਾ ਖਾਲੀ ਹੈ, ਠੀਕ ਹੈ, ਮੈਂ ਤੁਹਾਡੀ ਗੱਲ ਨਾਲ, ਇਹ ਵਰਲਡ ਡਿਜ਼ਾਸਟਰ ਆ। ਵਰਲਡ ਡਿਜ਼ਾਸਟਰ ਦੇ ਵਿੱਚ ਪੰਜਾਬ ਸਰਕਾਰ ਆਪਣੇ ਖਜ਼ਾਨੇ 'ਚੋਂ ਖਰਚਾ ਨਹੀਂ ਕਰ ਰਹੀ। ਇਹ ਡਿਜ਼ਾਸਟਰ ਮੈਨੇਜਮੈਂਟ ਜਿਹੜੀ ਆ ਉਹ ਨੈਸ਼ਨਲ ਹੈਲਥ ਨੂੰ ਪੈਸੇ ਦਿੰਦੀ ਆ ਤੇ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੀਜਰ ਹੋਇਆ। 19 ਤਰੀਕ ਨੂੰ ਜੋ ਤੁਸੀਂ ਇਕੱਠੇ ਹੁੰਦੇ ਹੋ ਤਾਂ ਕੀ ਨਿਕਲਦਾ, ਕੀ ਹੈ ਸਿੱਟਾ, ਕੀ ਨਿਕਲਦਾ? ਸਰ ਉਦੋਂ ਸਾਡਾ ਕੋਈ ਸਿੱਟਾ ਨਹੀਂ ਨਿਕਲਦਾ। ਉਦੋਂ ਸਿਰਫ ਸਾਨੂੰ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦੇ ਕੇ ਕਿ ਅਸੀਂ ਤੁਹਾਡੀ ਮੀਟਿੰਗ ਕਰਵਾਵਾਂਗੇ, ਤੁਹਾਡੇ ਅੱਗੇ ਗੱਲ ਕਰਾਵਾਂਗੇ, ਤਾਂ ਸਾਨੂੰ ਉਦੋਂ ਵੀ ਧੋਖੇ 'ਚ ਰੱਖਿਆ ਗਿਆ। ਜਿਹੜਾ ਪਹਿਲੀ ਕਿੰਨੇ ਕਿਹਾ ਸੀ ਤੁਹਾਨੂੰ, ਇਹ ਕਿਹਾ ਸੀਗਾ ਮੀਟਿੰਗ ਕਰਾਵਾਂਗੇ? ਸਰ ਤਹਿਸੀਲਦਾਰ ਆਏ ਸੀਗੇ ਆਪਣੇ ਪਟਿਆਲੇ, ਜਦੋਂ ਪਟਿਆਲੇ ਦੇ ਤਹਿਸੀਲ। ਉਸ ਤੋਂ ਬਾਅਦ ਤੁਸੀਂ 2 ਨਵੰਬਰ ਨੂੰ 2 ਤਰੀਕ ਨੂੰ ਅਸੀਂ ਫੇਰ ਕੀਤਾ। ਉਦੋਂ ਸਾਡੇ ਕੋਲ ਪਟਿਆਲੇ ਦੇ ਫੇਰ ਤਹਿਸੀਲਦਾਰ ਸਾਹਿਬ ਆਏ, ਉਹਨਾਂ ਨੇ ਸਾਨੂੰ ਰਿਟਨ ਦੇ ਵਿੱਚ ਪੈਨਲ ਮੀਟਿੰਗ ਦਿੱਤੀ। ਪੈਨਲ ਮੀਟਿੰਗ ਮਿਲਣ ਤੋਂ ਬਾਅਦ
ਸਾਡੀ ਪੈਨਲ ਮੀਟਿੰਗ ਦੀ ਡੇਟ ਸੀ 9 ਤਰੀਕ ਦੀ। 9 ਤਰੀਕ ਨੂੰ ਅਸੀਂ ਜਦੋਂ ਮੀਟਿੰਗ ਤੇ ਗਏ ਤਾਂ ਉੱਥੇ ਸਾਨੂੰ ਬਿਲਕੁਲ ਹੀ ਨਕਾਰਿਆ ਗਿਆ। ਸਾਡੀ ਪੈਨਲ ਮੀਟਿੰਗ ਨਹੀਂ ਸੀਗੀ, ਇੱਕ ਜਿਵੇਂ ਆਫਿਸ ਦੇ ਵਿੱਚ ਕਿਸੇ ਨੂੰ ਮਿਲਣ ਜਾਂਦੇ ਆ ਐਵੇਂ ਸੀਗੀ। ਤਾਂ ਉਹਦੇ ਵਿੱਚ ਬਲਵੀਰ ਸਿੱਧੂ ਨੇ ਬਿਲਕੁਲ ਹੀ ਸਾਨੂੰ ਨਕਾਰ ਦਿੱਤਾ। ਬਲਵੀਰ ਸਿੰਘ ਸਿੱਧੂ ਮਿਲਦੇ ਤੁਹਾਨੂੰ? ਬਲਵੀਰ ਸਿੰਘ ਸਿੱਧੂ ਮਿਲੇ ਸੀਗੇ, ਬਟ ਉਹਨਾਂ ਨੇ ਬਿਲਕੁਲ ਹੀ ਨਕਾਰਤਾ ਕਿ ਤੁਸੀਂ ਵਲੰਟੀਅਰ ਸੀਗੇ, ਤੁਹਾਨੂੰ ਪੈਸੇ ਦਿੱਤੇ ਆ, ਤੁਸੀਂ ਕੰਮ ਕੀਤਾ ਹੈ, ਤੁਹਾਨੂੰ ਅਸੀਂ ਕੁਝ ਨਹੀਂ ਕਰ ਸਕਦੇ। ਕਿੰਨੇ ਬੰਦਿਆਂ ਨੂੰ ਮਿਲ ਦਿੱਤਾ ਗਿਆ? ਅਸੀਂ 6 ਜਣੇ ਗਏ ਸੀ। 6 ਜਣੇ ਤੁਸੀਂ ਮਿਲਦੇ ਹੋ ਜਾ ਕੇ, ਤੁਹਾਡੀ ਮੀਟਿੰਗ ਹੁੰਦੀ, ਕਿੰਨਾ ਚਿਰ ਮੀਟਿੰਗ ਚੱਲਦੀ ਹੈ? ਸਰ ਮੈਕਸਿਮਮ 10 ਮਿੰਟ। 10 ਮਿੰਟ ਦੀ ਮੀਟਿੰਗ ਹੁੰਦੀ ਹੈ? 10 ਮਿੰਟ ਦੀ। 10 ਮਿੰਟ ਦੇ ਵਿੱਚ ਸਿਰਫ ਨਾਂ ਦਾ ਜਵਾਬ ਹੀ ਆਉਂਦਾ? ਨਾਂ ਦਾ ਜਵਾਬ ਹੀ ਆਉਂਦਾ। ਉਸ ਤੋਂ ਬਾਅਦ ਤੁਸੀਂ ਕੀ ਕਿਹਾ ਉਹਨਾਂ ਨੂੰ? ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਡੀ ਗੱਲ ਵੀ ਨਹੀਂ ਸੁਣੀ। ਉਹ ਐਕਚੁਅਲੀ ਉੱਠ ਕੇ ਚਲੇ ਗਏ, ਉਹਨਾਂ ਨੇ ਜਾਣਾ ਸੀ ਕਿਤੇ, ਤਾਂ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ ਹੈਗੀ। ਤੁਸੀਂ ਇਹ ਨਹੀਂ ਕਿਹਾ ਕਿ ਜਦੋਂ ਭਰਤੀ ਕਰਨਾ ਸੀ ਉਦੋਂ ਹੋਰ ਗੱਲਾਂ ਸੀ, ਅੱਜ ਹੋਰ? ਸਰ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਸੀਗੇ, ਪਰ ਉਹ ਬਿਲਕੁਲ ਹੀ ਇਸ ਦੇ ਵਿੱਚ ਨਕਾਰੇ ਗਏ ਸੀਗੇ ਕਿ ਅਸੀਂ ਤੁਹਾਨੂੰ ਬਿਲਕੁਲ ਹੀ ਕੁਝ ਨਹੀਂ ਕਰ ਸਕਦੇ ਹੈਗੇ। ਨਹੀਂ, ਇਹ ਤਾਂ ਫਿਰ ਜਦੋਂ ਉਹ ਤਾਂ ਕਰਕੇ ਕਹਿ ਰਹੇ ਹੋਣਗੇ ਨਾ, ਜਦੋਂ ਉਹਨਾਂ ਨੇ ਭਰਤੀ ਕੀਤੀ ਉਦੋਂ ਕਿਹਾ ਪੱਕੇ ਆਰਜੀ ਤੌਰ ਤੇ, ਵੀ ਪੱਕੇ ਨਹੀਂ ਗਏ, ਆਰਜੀ ਤੌਰ ਤੇ ਪੱਕੇ ਆ ਸਰ, ਕਦੋਂ ਵੀ ਕੱਢ ਸਕਦੇ ਉਹਨਾਂ ਦੇ ਹੱਥ 'ਚ ਸੀਗਾ। ਉਹਨਾਂ ਨੇ ਆਰਜੀ ਤੌਰ ਤੇ ਇਹੀ ਕਹਿਤਾ ਕਿ ਅਸੀਂ ਆਪਣੇ ਵੱਲੋਂ 3 ਮਹੀਨੇ ਦੀ ਆਰਜੀ ਤੌਰ ਤੇ ਰੱਖੇ ਸੀਗੇ। ਤੇ ਪਰ ਜਿਹੜਾ ਆਰਜੀ ਤੌਰ ਤੇ ਪੱਕੇ ਚੱਲਣ ਦੀ ਗੱਲ ਸੀਗੀ, ਉਹਦੇ 'ਚ ਉਹਨਾਂ ਨੇ ਕਲੀਅਰ ਕਹਿਤਾ ਕਿ ਸਾਡੇ ਕੋਲ ਤਾਂ ਫੰਡ ਨਹੀਂ ਹੈਗਾ, ਅਸੀਂ ਉੱਪਰੋਂ ਖਰਚਾ ਨਹੀਂ ਚੱਕ ਸਕਦੇ, ਸਾਨੂੰ ਸੈਂਟਰ ਗਵਰਨਮੈਂਟ ਪੈਸਾ ਨਹੀਂ ਦੇ ਰਹੀ, ਐਵੇਂ ਦੀਆਂ ਗੱਲਾਂ ਕਰਕੇ ਸਾਨੂੰ ਉਹਨਾਂ ਨੇ ਨਕਾਰਨ ਦੀ ਕੋਸ਼ਿਸ਼ ਕੀਤੀ। ਸੁਣ 'ਚ ਇਹ ਵੀ ਆਇਆ ਕਈਆਂ ਦੀਆਂ ਤਨਖਾਹਾਂ ਰੁਕੀਆਂ ਜੀ ਸਰ। 1.5 ਮਹੀਨੇ ਦੀਆਂ 2-2 ਮਹੀਨੇ ਦੀਆਂ ਤਨਖਾਹਾਂ ਹਾਲੇ ਵੀ ਬਹੁਤ ਜ਼ਿਲ੍ਹਿਆਂ ਦੀਆਂ ਰੁਕੀਆਂ ਪਈਆਂ ਨੇ। ਕਈਆਂ ਨੂੰ ਤਾਂ 5 ਮਹੀਨੇ ਦੀ ਤਨਖਾਹ ਹਾਲੇ ਤੱਕ ਮਿਲੀ ਹੋਈ ਨਹੀਂ ਹੈਗੀ। ਕੋਈ 5 ਮਹੀਨੇ ਦੀ ਪਈ ਆ, ਕਿਸੇ ਦੀ 3 ਮਹੀਨੇ ਦੀ ਪਈ ਆ, ਕਿਸੇ ਜ਼ਿਲ੍ਹੇ 'ਚ 4 ਮਹੀਨੇ ਦੀ ਤਨਖਾਹ ਪਈ ਆ। ਤੁਸੀਂ ਕੀ ਸੋਚ ਕੇ ਲੱਗੇ ਸੀ ਵੀ ਜਿੰਨਾ ਚਿਰ ਕਰੋਨਾ ਚੱਲੂਗਾ ਉਹਨਾਂ ਚਿਰ ਹੀ ਕਿ ਜਾਂ? ਹਾਂਜੀ ਸਰ, ਜਿੰਨਾ ਚਿਰ ਕਰੋਨਾ ਚੱਲੂਗਾ ਅਸੀਂ ਉਹਦੇ ਆਧਾਰ ਤੇ ਹੀ ਅਸੀਂ ਅੱਗੇ ਆਏ ਸੀਗੇ ਕਿ ਜਦੋਂ ਤੱਕ ਕਰੋਨਾ ਚੱਲ ਰਿਹਾ ਅਸੀਂ ਉਦੋਂ ਤੱਕ ਜੌਬ ਆਪਣੀ ਕੰਟੀਨਿਊ ਰੱਖਾਂਗੇ। ਫਿਰ ਜਦੋਂ ਤੱਕ ਕਰੋਨਾ ਖਤਮ ਹੁੰਦਾ, ਮਹਾਮਾਰੀ ਜੇ ਮਗਰੋਂ ਲੈਂਦੀ ਹੈ ਤੇ ਫਿਰ ਜੌਬ ਹੋਰ ਨਹੀਂ ਮਿਲ ਸਕਦੀ? ਸੰਭਾਵਨਾ ਨਹੀਂ? ਨਹੀਂ ਸਰ, ਹੋਰ ਜਿਵੇਂ ਇਹਨਾਂ ਨੇ ਭਰਤੀਆਂ ਕੱਢੀਆਂ ਉਹਦੇ ਵਿੱਚ ਤੁਹਾਨੂੰ ਕੋਈ ਛੋਟ ਦਿੱਤੀ ਗਈ ਹੋਵੇ? ਹੁਣ ਨਹੀਂ ਸਰ, ਇਹਦੇ 'ਚ ਸਰਕਾਰ ਨੇ ਸਾਨੂੰ ਇਹੀ ਰੱਖਿਆ ਕਿ ਇਹਨਾਂ ਨੇ ਪੱਕੇ ਤੌਰ ਤੇ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜੌਬਾਂ ਕੱਢਤੀਆਂ, ਜਦ ਕਿ ਜਿਹੜੇ ਆਲਰੇਡੀ ਅਸੀਂ ਕੋਵਿਡ ਦੇ ਇਹ ਵੀ ਅੰਡਰ ਕੋਵਿਡ ਦੇ ਕੱਢੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ, ਜਿਹੜੀਆਂ ਸਾਡੀਆਂ ਸੀਗੀਆਂ ਇਹ ਵੀ ਅੰਡਰ ਕੋਵਿਡ ਦੇ ਸੀਗੀਆਂ। ਤਾਂ ਇਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਪਹਿਲਾਂ ਸਾਡੀ ਜਿਹੜੀ ਸਟਰੈਂਥ ਸੀਗੀ ਕੋਵਿਡ ਵਾਰੀਅਰ ਦੀ, ਇਹਨਾਂ ਨੂੰ ਪਹਿਲਾਂ ਐਡਜਸਟ ਕੀਤਾ ਜਾਂਦਾ, ਫਿਰ ਉਸ ਤੋਂ ਬਚਦੀਆਂ ਜੋ ਸੀਗੀਆਂ ਉਹ ਹੋਰਾਂ ਨੂੰ ਮੌਕਾ ਦਿੱਤਾ ਜਾਂਦਾ ਜੌਬ ਵਾਸਤੇ। ਨਹੀਂ, ਜਿਹੜੀਆਂ ਉਹ ਭਰਤੀ ਕੱਢੀਆਂ ਉਹਨਾਂ ਵਿੱਚ ਤੁਹਾਨੂੰ ਕੋਈ ਮੌਕਾ ਨਹੀਂ ਹੈ? ਉਹਦੇ ਵਿੱਚ ਸਾਨੂੰ ਬਿਲਕੁਲ ਕੋਈ ਮੌਕਾ ਨਹੀਂ। ਨਾਲੇ ਉਹ ਕਹਿੰਦੇ ਰੋਕ ਦਿੱਤੀਆਂ ਗਈਆਂ ਹੁਣ ਜਿਹੜੀਆਂ ਉਹ ਪੈਨਲ ਮੀਟਿੰਗ ਤੁਹਾਨੂੰ ਮਿਲਣ ਕਰਕੇ ਜਿਹੜੀ ਉਹ ਕਿਸੇ ਨੂੰ ਭਰਤੀ ਨਹੀਂ ਕੀਤਾ ਗਿਆ, ਇੱਕ ਟਾਈਮ ਦੇ ਦਿੱਤਾ ਗਿਆ ਅੱਗੇ? ਸਰ ਉਹ ਟਾਈਮ ਇਸੇ ਕਰਕੇ ਦੇ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਨੇ ਨਾ ਸਾਡੇ ਥਰੂ ਜਿਹੜੀ ਮੀਟਿੰਗ ਹੋਈ ਸੀਗੀ ਉਹ ਇਸੇ ਕਰਕੇ ਦਿੱਤਾ ਗਿਆ ਹੈ ਕਿ ਕਰੋਨਾ ਯੋਧਿਆਂ ਦਾ ਕੁਝ ਕੀਤਾ ਜਾਵੇ, ਪਰ ਸਾਨੂੰ ਨਹੀਂ ਲੱਗਦਾ ਐਵੇਂ ਕੁਝ ਕਰਨਗੇ। ਇਹ ਸਿਰਫ ਸਾਨੂੰ ਹੀ ਨਕਾਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਕਿਸੇ ਤਰੀਕਾ ਟਾਲ ਦਿੱਤਾ ਜਾਵੇ ਜਾਂ ਕਰੋਨਾ ਯੋਧੇ ਸ਼ਾਂਤ ਹੋ ਕੇ ਬੈਠ ਜਾਣ। ਇਹ ਟਾਈਮ ਇਸੇ ਲਈ ਦਿੱਤਾ ਹੈ। ਇੱਕ ਪਾਸੇ ਕਿਸਾਨਾਂ ਦਾ ਮੋਰਚਾ ਜਿਹੜਾ ਜੰਗੀ ਪੱਧਰ ਚੱਲਿਆ, ਪੈਨਲ ਮੀਟਿੰਗ ਉਹਨਾਂ ਨੂੰ ਨਹੀਂ ਮਿਲੀ, ਤੁਹਾਨੂੰ ਮਿਲ ਗਈ? ਸਾਨੂੰ ਪੈਨਲ ਮੀਟਿੰਗ ਮਿਲੀ ਸੀ, ਪਰ ਉਹ ਪੈਨਲ ਮੀਟਿੰਗ ਸਾਡੇ ਆਧਾਰ ਤੇ ਪੈਨਲ ਮੀਟਿੰਗ ਨਹੀਂ ਸੀਗੀ ਕਿਉਂਕਿ ਉਸ ਦੇ ਵਿੱਚ ਸਿਰਫ ਡਾਇਰੈਕਟਰ ਹੈਲਥ ਬੈਠੇ ਸੀ ਤੇ ਹੈਲਥ ਮਿਨਿਸਟਰ ਬੈਠੇ ਸੀਗੇ, ਜਦ ਕਿ ਪੈਨਲ ਮੀਟਿੰਗ ਦੇ ਵਿੱਚ ਆਪਣੇ ਜਿਹੜੇ ਫਾਈਨੈਂਸਰ ਹੁੰਦੇ ਨੇ ਉਹ ਵੀ ਹੁੰਦੇ ਨੇ, ਕਈ ਪੈਨਲ ਮੀਟਿੰਗਾਂ ਦੇ ਵਿੱਚ ਕੈਪਟਨ ਸਾਹਿਬ ਦੇ OSD ਵੀ ਹੁੰਦੇ ਨੇ, ਤਾਂ ਇਸ ਦੇ ਵਿੱਚ ਸਿਰਫ ਡਾਇਰੈਕਟਰ ਹੈਲਥ ਤੇ ਸਿਹਤ ਮੰਤਰੀ ਹੀ ਸੀਗੇ। ਹੁਣ ਅੱਗੇ ਕੀ ਪਲਾਨ ਕੀ ਹੈ? ਕਹਿੰਦੇ ਦੀਵਾਲੀ ਵੀ ਕਾਲੀ ਜਾਊਗੀ? ਕਾਲੀ, ਹਾਂਜੀ, ਦੀਵਾਲੀ ਸਾਡੇ ਪੰਜਾਬ ਲੈਵਲ ਦੇ ਉੱਤੇ ਮੇਰੇ ਵੱਲੋਂ ਮੈਂ ਪੰਜਾਬ ਲੈਵਲ ਤੇ ਪ੍ਰਧਾਨ ਚੁਣਿਆ ਗਿਆ ਜੀ। 18 ਜ਼ਿਲ੍ਹਿਆਂ ਨੇ ਮੈਨੂੰ ਸੰਬੋਧਨ ਕੀਤਾ, ਉਹਦੇ ਆਧਾਰ ਤੇ ਮੈਂ ਸਾਰਿਆਂ ਨੂੰ ਕਾਲੀ ਦੀਵਾਲੀ ਦਾ ਮਨਾਉਣ ਦਾ ਕੀਤਾ ਜੀ ਐਲਾਨ। ਕਾਲੀ ਦੀਵਾਲੀ ਮਨਾਇਆ ਕੀ ਹੋਊਗਾ? ਕਿਸਾਨ ਵੀ ਬੈਠੇ, ਸਾਰਾ ਕੁਝ ਤਾਂ ਬੈਠਾ, ਸਰਕਾਰ ਨੂੰ ਤਾਂ ਪਹਿਲਾਂ ਨਹੀਂ ਫਰਕ ਪੈ ਰਿਹਾ ਇਸ ਚੀਜ਼ ਦਾ? ਸਰ ਸਰਕਾਰ ਨੂੰ ਫਰਕ ਨਹੀਂ ਪੈ ਰਿਹਾ ਹੈਗਾ, ਪਰ ਅਸੀਂ ਆਪਣੇ ਵੱਲੋਂ ਅਸੀਂ ਜੋ ਸੰਘਰਸ਼ ਕਰਨਾ ਹੈ, ਅਸੀਂ ਸਰਕਾਰ ਦੇ ਵਿਰੁੱਧ ਰੋਸ ਕਰਨਾ ਹੈ। ਅਸੀਂ ਜਿਨ੍ਹਾਂ ਲੋਕਾਂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਲੋਕਾਂ ਨੇ ਸਾਨੂੰ ਕੰਮ ਕਰਦੇ ਦੇਖਿਆ, ਜਿਹੜੇ ਮਰੀਜ਼ 250-250 ਮਰੀਜ਼ ਸਾਡੇ ਕੋਲ ਰਹਿੰਦੇ ਸੀਗੇ, ਐਟਲੀਸਟ ਉਹਨਾਂ ਦੇ ਦਿਲ 'ਚ ਤਾਂ ਆਊਗੀ ਕਿ ਸਰਕਾਰ ਨੂੰ ਇਹਨਾਂ ਲਈ ਕੁਝ ਕਰਨਾ ਚਾਹੀਦਾ, ਤੇ ਸਰਕਾਰ ਨੂੰ ਵੀ ਸ਼ਾਇਦ ਇਹ ਚੀਜ਼ ਅਹਿਸਾਸ ਹੋਵੇ। ਅਸੀਂ ਸਰਕਾਰ ਨੂੰ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਲਈ ਕੁਝ ਕੀਤਾ ਜਾਵੇ, ਕਿਉਂਕਿ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ। ਜਦੋਂ ਬਲਵੀਰ ਸਿੰਘ ਸਿੱਧੂ ਦੀ ਤੁਸੀਂ ਗੱਲ ਕਰਦੇ ਹੋ ਨਾ, ਕੋਰੀ ਨਾ ਹੀ ਕਰ ਦਿੱਤੀ ਤੇ ਫਿਰ ਤੁਸੀਂ ਕੀ ਕਰੋਗੇ? ਸਰ ਦੇਖੋ, ਹਾਲੇ ਤੱਕ ਤਾਂ ਸਾਡਾ ਸੰਘਰਸ਼ ਦਾ ਹੀ ਚੱਲ ਰਿਹਾ, ਸੰਘਰਸ਼ ਕਰਾਂਗੇ, ਲੰਬਾ ਚੱਲੂਗਾ, ਲੰਬੇ ਤੌਰ ਤੇ। ਸਰ ਜਦੋਂ ਤੱਕ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ। ਹੱਲ ਤਾਂ ਫਿਰ ਹੋ ਸਕਦਾ ਉਹਨਾਂ ਫਿਰ ਜਵਾਬ ਹੀ ਦੇ ਦਿੱਤਾ, ਫਿਰ ਹੱਲ ਤਾਂ ਹੋਣਾ ਹੀ ਨਹੀਂ।
ਸਰ ਇਹਦੇ ਤੇ ਹੁਣ ਹੱਲ ਤੱਕ ਕੁਝ ਕਰਨਾ ਪਊਗਾ ਉਹਨਾਂ ਨੂੰ। ਨਹੀਂ ਤੁਸੀਂ ਹੁਣ ਕੋਈ ਮੀਟਿੰਗ ਬੁਲਾਈ ਹੈ ਪੰਜਾਬ ਪੱਧਰ ਦੀ? ਪੰਜਾਬ ਮੱਧਰ ਦੀ ਸਾਡੀ ਮੀਟਿੰਗ ਹੋਈ ਸੀਗੀ, ਬਠਿੰਡੇ ਹੋਈ ਸੀਗੀ। ਉਹਦੇ ਵਿੱਚ ਅਸੀਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਸੀਗਾ। ਉਸ ਤੋਂ ਬਾਅਦ ਜੇ ਸਾਨੂੰ ਸੰਘਰਸ਼ ਹੋਰ ਤਿੱਖਾ ਕਾਲੀ ਕਰਨਾ ਦੀਵਾਲੀ ਕਿੱਦਾਂ ਦੀ ਕਿ ਜ਼ਿਲ੍ਹਾ ਲੈਵਲ ਤੇ ਕੋਈ ਪ੍ਰਦਰਸ਼ਨ ਕੀਤਾ ਜਾਊਗਾ? ਹਰ ਇੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹੇ ਪੱਧਰ ਦੇ ਉੱਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਕਾਲੀ ਦੀਵਾਲੀ ਦੇ ਬੈਨਰ, ਕਾਲੀਆਂ ਝੰਡੀਆਂ ਲੈ ਕੇ ਸਾਰੇ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਡ ਮਾਰਚ ਕੱਢਿਆ ਜਾਊਗਾ। ਰੋਡ ਮਾਰਚ ਕਰੇ ਹੁਣ ਅੱਗੇ ਕੀ ਹੈ ਤੁਹਾਡਾ? ਅਗਲੀ ਰਣਨੀਤੀ ਕੀ ਹੈ? ਅਗਲੀ ਰਣਨੀਤੀ ਸਰ ਇਹਦੀ ਰੂਪਰੇਖਾ ਤਿਆਰ ਹੋ ਰਹੀ ਹੈ। ਵੈਸੇ ਅਸੀਂ ਅਗਲੀ ਰਣਨੀਤੀ 'ਚ ਪੱਕਾ ਧਰਨਾ ਲਾਉਣ ਦੀ ਪਲਾਨਿੰਗ ਚੱਲ ਰਹੀ ਹੈ ਸਾਡੀ, ਤੇ ਅਸੀਂ ਜੇ ਹੋ ਸਕਿਆ ਤਾਂ ਅਸੀਂ ਆਪਣੀ ਜਾਨ ਤੇ ਵੀ ਖੇਡਣ ਦੀ ਕੋਸ਼ਿਸ਼ ਕਰਾਂਗੇ। ਪੱਕਾ ਧਰਨਾ ਕਿੱਥੇ ਲਾਉਣ ਜਾ ਰਹੇ? ਸਰ ਇਹਦੀ ਰਣਨੀਤੀ ਚੱਲ ਰਹੀ ਹੈ ਹਾਲੇ। ਜੀ ਇਹ ਸਨ ਰਜਿੰਦਰ ਸਿੰਘ, ਜਿਹੜੇ ਕੋਵਿਡ-19 ਦੇ ਜਿਹੜੇ ਕਰੋਨਾ ਯੋਧੇ ਸਨ ਉਹਨੂੰ ਕੱਢ ਦਿੱਤਾ ਗਿਆ ਸੀ। ਉਹਨਾਂ ਦੇ ਜਿਹੜਾ ਪੰਜਾਬ ਪ੍ਰਧਾਨ ਚੁਣੇ ਗਏ, 19 ਜ਼ਿਲ੍ਹਿਆਂ ਦਾ ਕਰੀਬ ਇਹਨਾਂ ਨੂੰ ਸਮਰਥਨ ਮਿਲਿਆ ਸੀਗਾ। ਉਹ ਇਹਨਾਂ ਦੀ ਮੰਗ ਇਹੀ ਹੈ ਕਿ ਜਦੋਂ ਸਮਾਂ ਗੰਭੀਰ ਸੀਗਾ, ਜਦੋਂ ਕੋਈ ਘਰਾਂ ਤੋਂ ਬਾਹਰ ਨਹੀਂ ਨਿਕਲਦਾ ਸੀ, ਜਦੋਂ ਪੁਲਿਸ ਵਾਲੇ ਵੀ ਡੰਡੇ ਮਾਰਦੇ ਸੀ, ਤੇ ਉਦੋਂ ਕਰੋਨਾ ਯੋਧੇ ਜਿਹੜੇ ਭਰਤੀ ਕੀਤੇ ਗਏ ਸਨ ਉਹਨਾਂ ਨੇ ਆਪਦੀ ਜਾਨ ਤੇ ਖੇਡ ਕੇ ਉਹਨਾਂ ਸੈਂਟਰਾਂ ਦੇ ਵਿੱਚ ਡਿਊਟੀਆਂ ਕੀਤੀਆਂ ਜਿੱਥੇ ਸਰਕਾਰੀ ਸਟਾਫ ਵੀ ਅਜੇ ਕਿਤੇ ਨਾ ਕਿਤੇ ਕੋਤਾਹੀ ਵਰਤਦਾ ਸੀ ਆਉਣ ਤੋਂ। ਇਹਨਾਂ ਨੇ ਡਿਊਟੀਆਂ ਕੀਤੀਆਂ। ਜਿਹੜੀ ਕਿੱਟ ਦੀ ਗੱਲ ਕੀਤੀ ਹੈ ਕਿ ਇੱਕ ਜਿਹੜੀ ਕਿੱਟ ਪਾਈ ਜਾਂਦੀ ਸੀ ਉਹ ਬਹੁਤ ਜ਼ਿਆਦਾ ਵਿੱਚ ਉਹਦੇ ਗਰਮੀ ਤੇ ਮੁੜਕਾ ਆਉਂਦਾ ਸੀ। ਉੱਧਰੋਂ ਮਈ ਜੂਨ ਦੇ ਮਹੀਨੇ ਸਨ, ਉਹਨਾਂ ਦਿਨਾਂ ਦੇ ਵਿੱਚ ਉਹ ਗਰਮ ਕਿੱਟਾਂ ਪਾ ਕੇ ਡਿਊਟੀਆਂ ਕੀਤੀਆਂ। ਘਰ ਦੇ ਬੱਚੇ ਜਿਹੜੇ ਉਹ ਰਿਸਕ 'ਚ ਲੈ, ਪਰਿਵਾਰ ਰਿਸਕ 'ਚ ਲੈ, ਪਰ ਬਾਅਦ ਦੇ ਵਿੱਚ ਇੱਕਦਮ ਰਾਤ ਨੂੰ ਦਿਨ ਚੜ੍ਹਦਾ ਹੈ ਕਿ ਸਾਰਿਆਂ ਨੂੰ ਕੱਢ ਦਿੱਤਾ ਜਾਂਦਾ ਹੈ। ਹੁਣ ਕੀ ਹੋਵੇਗਾ ਆਉਣ ਵਾਲਾ ਸਮਾਂ ਦੱਸੇਗਾ। ਇਹਨਾਂ ਦਾ ਕੁਝ ਹੱਲ ਨਿਕਲਦਾ ਹੈ ਕਿ ਜੋ ਬਲਵੀਰ ਸਿੰਘ ਸਿੱਧੂ ਦਾ ਬਿਆਨ ਆਉਂਦਾ ਹੈ ਕਿ ਅਸੀਂ ਕੁਝ ਨਹੀਂ ਕਰ ਸਕਦੇ, ਜਾਂ ਫਿਰ ਲਾਰਿਆਂ ਦੇ ਵਿੱਚ ਬੜੇ ਤਰ੍ਹਾਂ ਦੀਆਂ ਪਹਿਲਾਂ ਵੀ ਹੈਗੇ ਨੇ ਜਿਹਨਾਂ ਨੂੰ ਹਜੇ ਤੱਕ ਪੱਕੇ ਨਹੀਂ ਕੀਤਾ ਗਿਆ, ਵੀ ਉਹ ਵੀ ਇਹ ਵੀ ਉਹਨਾਂ ਵਾਂਗ ਧਰਨਿਆਂ ਤੱਕ ਸੀਮਿਤ ਰਹਿਣਗੇ, ਜਾਂ ਫਿਰ ਕੁਝ ਹੱਲ ਨਿਕਲਦਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।